ਇੱਕ ਦੇਸ਼ ਇੱਕ ਚੋਣ। 5 ਸਾਲ ਚੋਣ ਇੱਕ ਵਾਰ। 2029 ਵਿੱਚ ਬਦਲੇਗਾ ਇਲੈਕਸ਼ਨ ਸਿਸਟਮ। ਇੱਕ ਦੇਸ਼ ਇੱਕ ਚੋਣ। ਸਾਡਾ ਪੀਐਮ ਸਾਡਾ ਸੀਐਮ ਇੱਕੋ ਵਾਰੀ ਹੋਣਗੇ ਤੈਅ। ਜੀ ਹਾਂ, ਮੋਦੀ ਕੈਬਨਿਟ ਨੇ ਵਨ ਨੇਸ਼ਨ ਵਨ ਇਲੈਕਸ਼ਨ ਤੇ ਬਣਾਈ ਗਈ ਕੋਵਿੰਦ ਕਮੇਟੀ ਦੀ ਰਿਪੋਰਟ ਨੂੰ ਪਾਸ ਕਰ ਦਿੱਤਾ ਹੈ ਅਤੇ ਹੁਣ ਦੇਸ਼ ਵਿੱਚ ਇੱਕ ਦੇਸ਼ ਤੇ ਇੱਕ ਚੋਣ ਤੇ ਸਾਲਾਂ ਬੱਧੀ ਲੱਗੇ ਸਸਪੈਂਸ ਤੇ ਸਵਾਲੀਆ ਨਿਸ਼ਾਨ ਵੀ ਹਟਣਾ ਸ਼ੁਰੂ ਹੋ ਗਿਆ ਅਤੇ ਹੁਣ ਲੋਕ ਸਭਾ ਅਤੇ ਰਾਜ ਸਭਾ ਵਿੱਚ ਸੰਵਿਧਾਨ ਵਿੱਚ ਸੋਧਾਂ ਸੰਬੰਧੀ ਬਿੱਲ ਲਿਆਉਂਦੇ ਜਾਣਗੇ। ਇਸੇ ਸਾਲ ਮਾਰਚ ਵਿੱਚ ਕੋਵਿੰਦ ਕਮੇਟੀ ਵੱਲੋਂ ਦਿੱਤੀ ਰਿਪੋਰਟ ਵਿੱਚ ਇਹ ਸੁਝਾਅ ਦਿੱਤਾ ਗਿਆ ਸੀ ਕਿ 2029 ਵਿੱਚ ਦੇਸ਼ ਵਿੱਚ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਇਕੱਠੇ ਕਰਵਾਈਆਂ ਜਾਣ। ਚੋਣਾਂ ਦੇ 100 ਦਿਨ ਦੇ ਅੰਦਰ ਹੀ ਲੋਕਲ ਬਾਡੀਜ਼ ਚੋਣਾਂ ਵੀ ਕਰਵਾਈਆਂ ਜਾਣ। ਚੋਣ ਕਮਿਸ਼ਨ ਤਿੰਨੇ ਚੋਣਾਂ ਲਈ ਇੱਕੋ ਵੋਟਰ ਲਿਸਟ ਤਿਆਰ ਕਰੇ। ਮੌਜੂਦਾ ਵਿਧਾਨ ਸਭਾਵਾਂ ਦਾ ਕਾਰਜਕਾਲ 2029 ਤੱਕ ਵਧਾਇਆ ਜਾਏ। ਇਸ ਤਰ੍ਹਾਂ ਦੇਸ਼ ਦਾ ਵੱਖ-ਵੱਖ ਚੋਣਾਂ ਤੇ ਹੋਣ ਵਾਲਾ ਖਰਚ ਬਚੇਗਾ। 5 ਸਾਲ ਵਿੱਚ ਸਿਰਫ ਇੱਕ ਚੋਣ ਹੋਣ ਨਾਲ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਬਚੇਗੀ। ਜੇਕਰ ਹੰਗ ਅਸੈਂਬਲੀ ਜਾਂ ਬੇਭਰੋਸਗੀ ਮਤਾ ਪਾਸ ਹੁੰਦਾ ਹੈ ਤਾਂ ਚੋਣਾਂ ਮੁੜ ਕਰਵਾਈਆਂ ਜਾਣ। ਆਮ ਚੋਣਾਂ ਤੋਂ ਬਾਅਦ ਲੋਕ ਸਭਾ ਦੀ ਪਹਿਲੀ ਬੈਠਕ ਵਿੱਚ ਰਾਸ਼ਟਰਪਤੀ ਨਵੇਂ ਚੋਣ ਚੱਕਰ ਦੀ ਸ਼ੁਰੂਆਤ ਸੰਬੰਧੀ ਇੱਕ ਸਿਫਾਰਿਸ਼ ਕਰਨ। ਇੱਕੋ ਵੋਟਰ ਲਿਸਟ ਬਣਾਉਣ ਲਈ ਸੰਵਿਧਾਨ ਦੀ ਧਾਰਾ 324A ਅਤੇ 325 ਵਿੱਚ ਸੋਧ ਕੀਤੀ ਜਾਏ। ਦੋਹਾਂ ਸੋਧਾਂ ਨੂੰ ਸੂਬਿਆਂ ਦੀ ਵਿਧਾਨ ਸਭਾਵਾਂ ਦੀ ਮਨਜ਼ੂਰੀ ਦੀ ਲੋੜ ਹੋਏਗੀ। ਵਨ ਨੇਸ਼ਨ ਵਨ ਇਲੈਕਸ਼ਨ ਕਰਵਾਉਣ ਲਈ ਇੱਕ ਇੰਪਲੀਮੈਂਟੇਸ਼ਨ ਗਰੁੱਪ ਵੀ ਬਣਾਇਆ ਜਾਏ। Seen there is a huge emphasis among the youth for having common elections, simultaneous elections, so that the progress of the nation keeps moving on unhindered. And we have seen that kind of support from the youth, from various sections of the society. So over next a few months we will be creating that consensus, and that's why we have very clearly requested everybody that इसमें डिस्कशन करिए, डिटेल डिस्कशन करिए, डिटेल चर्चा करिए और जो भी विषय आएंगे उन विषयों को एड्रेस करके आगे बढ़े। ਇੱਕ ਪਾਸੇ ਇਹ ਖਬਰ ਆਈ ਤਾਂ ਦੂਜੇ ਪਾਸੇ ਇਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ। ਕੋਈ ਇਸ ਨੂੰ ਮੁੱਦਿਆਂ ਤੋਂ ਭਟਕਾਉਣ ਦੀ ਗੱਲ ਦੱਸ ਰਿਹਾ ਹੈ। ਕੋਈ ਕਹਿ ਰਿਹਾ ਹੈ ਕਿ ਐਡੇ ਵੱਡੇ ਦੇਸ਼ ਵਿੱਚ ਇੱਕੋ ਵਾਰੀ 'ਚ ਦੋ ਚੋਣਾਂ ਸੰਭਵ ਹੀ नहीं। वहाँ बोले हैं, फिर और बोलना की जरूरत नहीं। हम तो उसको नहीं मानते। ये नहीं चलने वाला है डेमोक्रेसी में। ये डेमोक्रेसी को टिकाना है तो जब जब चाहिए तब इलेक्शन करना पड़ेगा। मेरा ये मानना है कि भारतीय जनता पार्टी का एक वैसा ही जुमला है जैसे किसानों के लिए कानून बिना किसानों से डिस्कस किए लेकर आए, डीमोनेटाइजेशन बिना एक्सपर्ट से डिस्कस किए लाए, जैसे कोरोना में ये थाली बजवाए, ये वैसे ही एक नया जुमला है। इसका कोई कुछ होना जाना नहीं। कि वाकई 2029 ਵਿੱਚ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਪੂਰੇ ਦੇਸ਼ ਵਿੱਚ ਇਕੱਠੀਆਂ ਹੋਣਗੀਆਂ। ਕੀ ਹੋਏਗੀ ਅੱਗੇ ਦੀ ਰਾਹ, ਉਹ ਵੀ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲਾਂ ਰਾਸ਼ਟਰਪਤੀ ਦੇ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਸੰਸਦ ਵਨ ਨੇਸ਼ਨ ਵਨ ਇਲੈਕਸ਼ਨ ਤੇ ਫੈਸਲਾ ਕਰੇਗੀ। ਲੋਕ ਸਭਾ ਦੀ ਮਿਆਦ ਨਾਲ ਸੰਬੰਧਿਤ ਸੰਵਿਧਾਨ ਦੀ ਧਾਰਾ 83 ਵਿੱਚ ਸੰਸਦ ਵੱਲੋਂ ਸੋਧ ਕੀਤੀ ਜਾਣੀ ਲਾਜ਼ਮੀ ਹੋਏਗੀ। ਵਿਧਾਨ ਸਭਾ ਦੀ ਮਿਆਦ ਨਾਲ ਸੰਬੰਧਿਤ ਧਾਰਾ 172 ਵਿੱਚ ਵੀ ਸੰਸਦ ਦੇ ਰਾਹੀਂ ਸੋਧ ਕਰਨੀ ਪਏਗੀ। ਸੰਸਦ ਦੇ ਦੋਹਾਂ ਸਦਨਾਂ ਵੱਲੋਂ ਸੋਧਾਂ ਪਾਸ ਕਰਨ ਤੋਂ ਬਾਅਦ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ 2029 ਵਿੱਚ ਇਕੱਠੀਆਂ ਸੰਭਵ ਹੋ ਸਕਣਗੀਆਂ। ਸੰਸਦ ਵੱਲੋਂ ਪਾਸ ਦੋਹਾਂ ਸੋਧਾਂ ਨੂੰ ਵਿਧਾਨ ਸਭਾ ਦੀ ਪ੍ਰਵਾਨਗੀ ਦੀ ਜ਼ਰੂਰਤ ਨਹੀਂ ਹੋਏਗੀ। ਸਿਰਫ ਲੋਕਲ ਬਾਡੀਜ਼ ਦੀਆਂ ਚੋਣਾਂ ਲੋਕ ਸਭਾ ਅਤੇ ਵਿਧਾਨ ਸਭਾ ਦੇ 100 ਦਿਨ ਦੇ ਅੰਦਰ ਕਰਵਾਉਣ ਦੀ ਸਿਫਾਰਿਸ਼ ਲਈ ਵਿਧਾਨ ਸਭਾ ਦੀ ਪ੍ਰਵਾਨਗੀ ਦੀ ਲੋੜ ਹੋਏਗੀ। ਸੰਸਦ ਵਿੱਚ ਸੋਧ ਪਾਸ ਨਾ ਹੋਣ ਤੇ ਰਾਸ਼ਟਰਪਤੀ ਵੱਲੋਂ ਜਾਰੀ ਨੋਟੀਫਿਕੇਸ਼ਨ ਆਪਣੇ ਆਪ ਰੱਦ ਹੋ ਜਾਏਗਾ। ਹਾਲਾਂਕਿ ਇਹ ਤੈਅ ਹੈ ਕਿ ਸੰਸਦ ਦੇ ਦੋਹਾਂ ਸਦਨਾਂ ਵਿੱਚ ਇੰਡੀ ਗੱਠਜੋੜ ਦੀ ਤਾਕਤ ਨੂੰ ਵੇਖਦਿਆਂ ਸੋਧਾਂ ਨੂੰ ਪਾਸ ਕਰਵਾਉਣ ਦੀ ਸਰਕਾਰ ਦੀ ਰਾਹ ਮੁਸ਼ਕਿਲ ਜਾਪਦੀ ਹੈ। ਦੱਸ ਦਈਏ ਕਿ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਿੱਚ
2 ਸਤੰਬਰ 2023 ਵਿੱਚ 8 ਮੈਂਬਰੀ ਇੱਕ ਕਮੇਟੀ ਬਣਾਈ ਗਈ ਸੀ ਜਿਸ ਨੇ 68 ਸਿਆਸੀ ਪਾਰਟੀਆਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਚੋਂ 32 ਪਾਰਟੀਆਂ ਨੇ ਸਮਰਥਨ ਕੀਤਾ ਜਦਕਿ 15 ਪਾਰਟੀਆਂ ਨੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਵਿਰੋਧ ਕੀਤਾ ਤੇ 15 ਪਾਰਟੀਆਂ ਨੇ ਇਸ ਤੇ ਕੋਈ ਜਵਾਬ ਨਹੀਂ ਦਿੱਤਾ, ਜਿਸ ਤੋਂ ਬਾਅਦ 18,626 ਪੰਨਿਆਂ ਦੀ ਰਿਪੋਰਟ ਤਿਆਰ ਕੀਤੀ ਗਈ ਜਿਸ ਨੂੰ 14 ਮਾਰਚ 2024 ਨੂੰ ਰਾਸ਼ਟਰਪਤੀ ਨੂੰ ਸੌਂਪ ਦਿੱਤਾ ਗਿਆ ਸੀ। ਜ਼ਿਕਰ ਖਾਸ ਇਹ ਵੀ ਹੈ ਕਿ ਆਜ਼ਾਦੀ ਤੋਂ ਬਾਅਦ 1952, 57, 62 ਅਤੇ 67 ਵਿੱਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਹੋਈਆਂ, ਪਰ 68 ਅਤੇ 69 ਵਿੱਚ ਕਈ ਵਿਧਾਨ ਸਭਾਵਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕੀਤਾ ਗਿਆ। ਇਸ ਤੋਂ ਬਾਅਦ 1970 ਵਿੱਚ ਲੋਕ ਸਭਾ ਵੀ ਭੰਗ ਕਰ ਦਿੱਤੀ ਗਈ। ਇਸ ਕਾਰਨ ਇੱਕ ਦੇਸ਼ ਇੱਕ ਚੋਣ ਦੀ ਰਵਾਇਤ ਟੁੱਟ ਗਈ। ਹੁਣ ਕਿਹਾ ਜਾ ਰਿਹਾ ਹੈ ਕਿ ਸਰਦ ਰੁੱਤ ਇਜਲਾਸ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਸਰਕਾਰ ਬਿੱਲ ਲਿਆਏਗੀ। ਜੇਕਰ ਸਹਿਮਤੀ ਬਣਦੀ ਹੈ ਤਾਂ ਉਸ ਤੋਂ ਬਾਅਦ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਏਗੀ, ਪਰ ਇਸ ਵਾਰ ਜ਼ਿਆਦਾ ਬਹੁਮਤ ਨਾ ਹੋਣ ਕਾਰਨ ਸਰਕਾਰ ਲਈ ਬਿੱਲ ਨੂੰ ਪਾਸ ਕਰਾਉਣਾ ਮੁਸ਼ਕਿਲ ਹੀ ਹੋਏਗਾ। ਬਿਊਰੋ ਰਿਪੋਰਟ, PTC ਨਿਊਜ਼।